ਅਸੀਂ ਟਿਊਟੋਰੀਅਲ 3 ਤੇ ਆਏ ਹਾਂ ਅਤੇ ਤੁਸੀਂ ਲੀਨੀਅਰ ਵੈਕਟਰ ਸਪੇਸ ਦੀਆਂ ਕੁਝ ਪ੍ਰੋਬਲਮਾਂ ਬਾਰੇ ਚਰਚਾ ਕਰੋਗੇ। ਅਤੇ ਪਿਛਲੇ 2 ਟਿਊਟੋਰੀਅਲ 1 ਅਤੇ 2 ਵਿੱਚ ਤੁਸੀਂ ਪਹਿਲਾਂ ਹੀ ਇੱਕ ਡੱਬੇ ਵਿੱਚ ਪਾਰਟੀਕਲ ਉੱਤੇ ਕੁਝ ਪ੍ਰੋਬਲਮਾਂ ਦੇਖ ਚੁੱਕੇ ਹੋ। ਅਤੇ ਕਈ ਪ੍ਰੋਬਲਮਾਂ ਸਨ ਜਿਨ੍ਹਾਂ ਵਿੱਚ ਤੁਸੀਂ એનર્ਜੀ ਆਈਗਨ ਵੈਲਿਊ ਵੇਵ ਫੰਕਸ਼ਨ ਆਦਿ ਦਾ ਪਤਾ ਲਗਾਉਂਦੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਪਹਿਲਾਂ ਹੀ ਉਹਨਾਂ ਪ੍ਰੋਬਲਮਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜੇਕਰ ਤੁਸੀਂ ਕੋਸ਼ਿਸ਼ ਨਹੀਂ ਕੀਤੀ ਹੈ ਤਾਂ ਕਿਰਪਾ ਕਰਕੇ ਵਾਪਸ ਜਾਓ ਅਤੇ ਘੱਟੋ ਘੱਟ ਇੱਕ ਵਾਰ ਇਸ ਨੂੰ ਕਰਨ ਦੀ ਕੋਸ਼ਿਸ਼ ਕਰੋ ਅਤੇ ਇਹ ਤੁਹਾਡੇ ਲਈ ਬਹੁਤ ਮਦਦਗਾਰ ਹੋਵੇਗਾ। ਇਸ ਲਈ ਹੁਣ ਤੀਜੇ ਟਿਊਟੋਰੀਅਲ ਨਾਲ ਸ਼ੁਰੂ ਹੋਵੇਗਾ, ਜਿਸ ਵਿੱਚ ਤੁਹਾਨੂੰ ਲੀਨੀਅਰ ਵੈਕਟਰ ਸਪੇਸ ਦੇ ਆਧਾਰ ਤੇ ਕੁਝ ਪ੍ਰੋਬਲਮਾਂ ਹਨ ਅਤੇ ਆਓ ਪਹਿਲੀ ਪ੍ਰੋਬਲਮ ਨੂੰ ਕਰਨਾ ਸ਼ੁਰੂ ਕਰਦੇ ਹਾਂ। ਇਸ ਲਈ ਪਹਿਲੀ ਪ੍ਰੋਬਲਮ ਵਿੱਚ ਅਤੇ ਇੱਥੇ ਇਹ ਸਾਰੀਆਂ ਹੋਰ ਗਣਿਤ ਆਧਾਰਿਤ ਪ੍ਰੋਬਲਮਾਂ ਹਨ ਜਿੱਥੇ ਤੁਹਾਨੂੰ ਕੁਝ ਕਦਮ ਹੱਲ ਕਰਨੇ ਪੈਣਗੇ ਅਤੇ ਅਸੀਂ ਪਹਿਲੀ ਪ੍ਰੋਬਲਮ ਨਾਲ ਸ਼ੁਰੂਆਤ ਕਰ ਸਕਦੇ ਹਾਂ, ਜਿਸ ਵਿੱਚ ਕਿਹਾ ਗਿਆ ਹੈ ਕਿ ਤੁਹਾਨੂੰ 2 ਸਧਾਰਨ ਕੇਟ ਦਿੱਤੇ ਗਏ ਹਨ ਅਤੇ ਇੱਕ ਨਵੀਂ ਕੇਟ ਦੇ ਟਰਮਜ਼ ਵਿੱਚ ਇਹਨਾਂ ਕੇਟਸ ਦੀਆਂ ਕੁਝ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ। ਇਸ ਲਈ ਸਾਨੂੰ ਇਸ ਦੇ ਨੋਰਮ ਦਾ ਪਤਾ ਲਗਾਉਣਾ ਹੋਵੇਗਾ। 2 ਕੈਟਸ, ਇਸ ਲਈ ਪਹਿਲੀ ਹੈ ਕੈਟ x ਅਤੇ ਦੂਸਰੀ w ਹੈ। ਇਸ ਲਈ ਤੁਹਾਨੂੰ ਨੋਰਮ ਨੂੰ ਨਿਰਧਾਰਤ ਕਰਨਾ ਪਏਗਾ ਤਾਂ ਜੋ ਅਸੀਂ ਜਾਣਦੇ ਹਾਂ ਕਿ ਨੋਰਮ ਸਿਰਫ ਇੱਕ ਰੀਕੈਪ ਕਿਸੇ ਵੈਕਟਰ, ਮੰਨ ਲਓ x ਦਾ ਨੋਰਮ ਹੋਵੇਗਾ ਸਕੁਏਅਰ ਰੂਟ x ਔਨ x, ਜਿਸ ਨੂੰ ਨੋਰਮ x ਵਜੋਂ ਵੀ ਦਰਸਾਇਆ ਗਿਆ ਹੈ। ਠੀਕ ਹੈ, ਇਸ ਲਈ ਸਾਨੂੰ ਇਹਨਾਂ ਵੈਕਟਰ x ਅਤੇ w ਦੇ ਨੋਰਮ ਦਾ ਮੁਲਾਂਕਣ ਕਰਨਾ ਪਵੇਗਾ ਅਤੇ ਅਸੀਂ ਜਾਣਦੇ ਹਾਂ ਕਿ ਸਧਾਰਨ ਆਈਗਨ ਕੇਟਸ ਵੀ 1 ਅਤੇ ਵੀ 2 ਦੇ ਟਰਮਜ਼ ਵਿੱਚ x ਦਾ ਮਤਲਬ ਵੀ 1 + 2 - 3i ਹੈ। ਇਸ ਲਈ ਇਹ ਵੀ 1 ਅਤੇ ਵੀ 2 ਦੇ ਟਰਮਜ਼ ਵਿੱਚ ਪਹਿਲਾ ਹੈ। ਹੁਣ ਇਸ ਦਾ ਮੁਲਾਂਕਣ ਕਰਨ ਲਈ ਸਾਨੂੰ x ਔਨ x ਕਰਕੇ ਸ਼ੁਰੂਆਤ ਕਰਨੀ ਪਵੇਗੀ। ਇਸ ਲਈ ਇਹ ਸਿਰਫ ਇੱਕ ਸਧਾਰਨ ਉਦਾਹਰਣ ਹੈ ਜਿਸ ਨੂੰ ਦਰਸਾਉਣ ਲਈ ਮੈਂ ਇਸ ਨੂੰ ਪੂਰੀ ਤਰ੍ਹਾਂ ਹੱਲ ਕਰਾਂਗਾ, ਬਾਕੀ ਮੈਂ ਕਦਮਾਂ ਦੇ ਵਿਚਕਾਰ ਨਹੀਂ ਦੇਵਾਂਗਾ। ਇਸ ਲਈ ਇੱਥੇ ਇਹ ਇੱਕ ਕੇਟ x ਹੈ। ਹੁਣ ਤੁਹਾਨੂੰ x ਦੀ ਬਰਾ ਦੀ ਗਣਨਾ ਕਰਨੀ ਪਵੇਗੀ। ਇਹ x ਦੀ ਬਰਾ ਹੈ। ਇਸ ਲਈ ਬ੍ਰਾਕੇਟ ਨੋਟੇਸ਼ਨ ਵਿੱਚ ਨੋਰਮ ਨੂੰ ਇਸ ਤਰੀਕੇ ਨਾਲ ਦਰਸਾਇਆ ਗਿਆ ਹੈ ਤਾਂ ਹੁਣ ਕੇਟ ਬਰਾ ਬਣ ਜਾਵੇਗੀ। ਇਹ ਨੋਰਮਲਾਈਜੇਸ਼ਨ ਜਾਂ ਇਹ ਸੰਖਿਆ ਪਹਿਲਾਂ ਵਾਂਗ ਹੀ ਰਹੇਗੀ ਅਤੇ ਕੰਪਲੈਕਸ ਨੰਬਰ ਇੱਕ ਕੰਪਲੈਕਸ ਕੰਜੂਗੇਟ ਹੋਵੇਗਾ ਜੋ ਤੁਹਾਨੂੰ ਲਿਖਣਾ ਹੋਵੇਗਾ। ਇਸ ਲਈ 2 - 3i + 3i ਗੁਣਾ ਇਸ ਬਰਾ ਬਣ ਜਾਵੇਗਾ। ਇਹ ਪਹਿਲਾ ਪਦ ਹੈ ਅਤੇ ਦੂਜਾ ਪਦ 2 ਵੀ 1 + 2 - 3 i ਵੀ 2 ਠੀਕ ਹੋਵੇਗਾ। ਹੁਣ ਇਸ ਦਾ ਮੁਲਾਂਕਣ ਕਰਨਾ ਬਹੁਤ ਸੌਖਾ ਹੈ। ਇਹ ਮੈਨੂੰ 4 ਵੀ 1 ਦੇਵੇਗਾ। ਮੈਨੂੰ ਗਣਨਾ ਕਰਨ ਦਿਓ। ਇਹ ਟਰਮਜ਼ ਫਿਰ ਅਸੀਂ ਕਰੋਸ ਸ਼ਬਦ ਲਿਖਦੇ ਹਾਂ। ਸਕੁਏਅਰ ਸ਼ਬਦ ਮੈਨੂੰ ਦੇਵੇਗਾ, ਇਹ ਮੈਨੂੰ ਦੇਵੇਗਾ 2 + 3i 2 - 3 ਵਿੱਚ i ਮੈਨੂੰ ਸਿਰਫ ਮਾਈਨਸ ਅਤੇ ਮਾਈਨਸ ਪਲਸ ਦੇਵਾਂਗਾ ਤਾਂ 4 + 9 ਯਾਨੀ 13 ਵੀ 1 ਵੀ 2 ਵੀ 2 ਵੀ 2 ਤੇ ਵੀ 2 ਠੀਕ ਹੈ ਅਤੇ ਅਸੀਂ ਜਾਣਦੇ ਹਾਂ ਕਿ ਇਹ ਸਧਾਰਨ ਆਈਗਨ ਕੇਟਸ ਹਨ। ਇਸ ਲਈ ਇਸ ਦਾ ਨੋਰਮ 1 ਠੀਕ ਹੋਵੇਗਾ ਅਤੇ ਫਿਰ ਕਰੋਸ ਟਰਮਜ਼ 2 ਵਿੱਚ 2 + 3 ਵਿੱਚ ਹੋਣਗੇ। ਇਹ ਇਸ ਨਾਲ ਮੈਨੂੰ ਵੀ 2 ਵੀ 1 + ਇਹ ਦੇਵੇਗਾ ਅਤੇ ਇਹ ਇਸ ਉੱਤੇ ਮੈਨੂੰ ਵੀ 1 ਵੀ 2 ਦੇਵੇਗਾ। ਠੀਕ ਹੈ, ਸਾਨੂੰ ਡੇਟਾ ਵਿੱਚ ਇਹ ਵੀ ਦਿੱਤਾ ਗਿਆ ਹੈ ਕਿ ਵੀ 1 ਔਨ ਵੀ 2 ਕੁਝ ਨਹੀਂ ਬਲਕਿ i/2 ਹੈ ਅਤੇ ਇਸ ਲਈ ਵੀ 1 ਅਤੇ ਵੀ 2 ਦਾ ਕੰਪਲੈਕਸ ਕੰਜੂਗੇਟ ਇਹ ਹੋਵੇਗਾ, ਇਹ -i/2 ਹੋਵੇਗਾ। ਇਸ ਲਈ ਮੈਂ ਇਸ ਨੂੰ ਵਰਤਾਂਗਾ। ਸਾਨੂੰ x ਤੇ x ਲਈ ਗਣਨਾ ਕਰਨੀ ਪਵੇਗੀ। ਇਹ ਹੋਵੇਗਾ 4 + 13 ਹੋਵੇਗੀ ਤਾਂ ਸਾਡੇ ਕੋਲ ਇੱਥੇ ਹੈ। ਅਸੀਂ ਇੱਥੇ ਵੇਖਿਆ ਹੈ ਕਿ ਤੁਸੀਂ ਇੱਥੇ 4 ਤੋਂ 13 ਇੱਥੇ ਅਤੇ ਫਿਰ ਵੇਖ ਚੁੱਕੇ ਹੋ। ਤੁਹਾਡੇ ਕੋਲ ਹੋਰ ਟਰਮਜ਼ ਹਨ ਜੋ 4 - 6 ਹਨ। i ਇੱਥੋਂ ਇੱਕ ਟਰਮਜ਼ ਹੈ ਟਾਈਮਸ -i/2 ਪਲੱਸ ਸਾਡੇ ਕੋਲ
4 प्लस 6i ਇਨਟੂ i ਬਾਏ 2 ਹੈ। ਇਸ ਲਈ ਇਹ ਮੈਨੂੰ ਸਿਰਫ 23 ਦੇਵੇਗਾ। ਤੁਸੀਂ ਇਹ ਸਭ ਜੋੜਦੇ ਹੋ ਅਤੇ ਤੁਸੀਂ x ਦਾ ਨੋਰਮ ਪ੍ਰਾਪਤ ਕਰਦੇ ਹੋ ਜੋ 23 ਦਾ ਸਕੁਏਅਰ ਰੂਟ ਹੈ। ਠੀਕ ਹੈ, ਇਸ ਲਈ ਇਹ ਮੈਨੂੰ ਇਹ ਨਤੀਜਾ ਠੀਕ ਦੇਵੇਗਾ। ਇਸ ਲਈ ਅਸੀਂ x ਦੇ ਨੋਰਮ ਦੀ ਗਣਨਾ ਕੀਤੀ ਹੈ ਜੋ ਹੁਣ 23 ਦਾ ਸਕੁਏਅਰ ਰੂਟ ਹੋਵੇਗਾ। ਇਹ ਉਹ ਹੈ ਜੋ ਤੁਸੀਂ x ਦੇ ਨੋਰਮ ਦੀ ਗਣਨਾ ਕਰਕੇ ਪ੍ਰਾਪਤ ਕਰਦੇ ਹੋ। ਇਸੇ ਤਰ੍ਹਾਂ w ਦੇ ਨੋਰਮ ਦੀ ਗਣਨਾ ਕਰਨ ਦੀ ਕੋਸ਼ਿਸ਼ ਕਰੋ। ਇਸੇ ਤਰ੍ਹਾਂ ਤੁਸੀਂ w ਦੇ ਨੋਰਮ ਦੀ ਗਣਨਾ ਕਰ ਸਕਦੇ ਹੋ। ਸਵਾਲ ਦਾ ਅਗਲਾ ਹਿੱਸਾ ਹੈ w x ਅਤੇ w ਉੱਤੇ x ਦੇ ਨੋਰਮ ਦਾ ਮੁਲਾਂਕਣ ਕਰੋ। ਅਸੀਂ x ਸ਼ਬਦ ਲਵਾਂਗੇ ਜੋ ਕਿ 2 ਵੀ 1 ਜੋੜ 2 ਪਲੱਸ 3i ਵੀ 2 ਹੈ ਤੇ ਸਾਡੇ ਕੋਲ w3 ਮਾਈਨਸ 2i ਹੈ ਅਤੇ ਵੀ 1 ਪਲੱਸ 2 ਵੀ 2 ਠੀਕ ਹੈ। ਇਸ ਲਈ ਇਹ ਵੀ ਆਸਾਨੀ ਨਾਲ ਮੁਲਾਂਕਣ ਕੀਤਾ ਜਾ ਸਕਦਾ ਹੈ ਕਿ ਤੁਹਾਡੇ ਕੋਲ ਵੀ 1 ਹੈ। ਵੀ 1 ਮੈਨੂੰ 1 ਦੇਵੇਗਾ। ਇਹ ਮਿਆਦ ਹੋਵੇਗੀ। ਸਾਨੂੰ ਇਸ ਕੋਐਫੀਸ਼ੀਐਂਟ ਨੂੰ 2 ਵਿੱਚ 3 ਮਾਈਨਸ 2 ਵਿੱਚ ਮਲਟੀਪਲਾਈ ਕਰਨਾ ਹੈ। i ਇੱਥੇ ਮੇਰੇ ਕੋਲ 2 ਪਲੱਸ 3i 2 ਵਿੱਚ ਅਤੇ ਵੀ 2 ਨੂੰ ਵੀ 2 ਵਿੱਚ ਹੈ ਤਾਂ ਇਹ ਮੈਨੂੰ ਦੇਵੇਗਾ। ਇਹ ਮੈਨੂੰ ਕੀ ਦੇਵੇਗਾ? ਇਹ ਮੈਨੂੰ 6 ਅਤੇ 4 10 ਦੇਵੇਗਾ ਅਤੇ ਇਹ ਮਾਈਨਸ 4 ਅਤੇ ਪਲੱਸ 6 ਦੇਵੇਗਾ ਤਾਂ ਪਲੱਸ 2i ਅਤੇ ਕਰੋਸ ਟਰਮਜ਼ ਮੈਨੂੰ ਦੇਣਗੇ। ਮੈਨੂੰ ਇਹਨਾਂ ਦਾ ਮੁਲਾਂਕਣ ਕਰਨਾ ਪਏਗਾ ਤਾਂ ਇਹ ਮੈਨੂੰ 4i ਬਾਏ 2 ਦੇਵੇਗਾ ਜੋ ਕਿ ਮਾਈਨਸ 2i ਹੈ। ਕੀ ਵੀ 1 ਵੀ 2 ਪਲੱਸ 2i ਅਤੇ ਬਾਕੀ ਮਿਆਦ ਉਸੇ ਤਰ੍ਹਾਂ i ਵਿੱਚ 6 ਮਾਈਨਸ ਹੋਣਗੇ। ਮੈਨੂੰ 6 ਮਾਈਨਸ ਦਾ ਮੁਲਾਂਕਣ ਕਰਨਾ ਹੋਵੇਗਾ। ਇਹ ਪਲੱਸ 6 ਹੋਵੇਗਾ। ਠੀਕ ਹੈ ਤਾਂ ਇਹ ਮੈਨੂੰ ਮਾਈਨਸ 6i ਪਲੱਸ 5 5 2 ਦੇਵੇਗਾ। ਸਰਲੀਕਰਨ ਤੇ ਮੈਂ ਇਹ ਪ੍ਰਾਪਤ ਕਰਦਾ ਹਾਂ। ਜਦੋਂ ਤੁਸੀਂ ਇਸ ਨੂੰ ਹੋਰ ਸਰਲ ਬਣਾਉਂਦੇ ਹੋ, ਜੋ ਤੁਸੀਂ ਪ੍ਰਾਪਤ ਕਰਦੇ ਹੋ, w on x b 25 ਬਾਏ 2 ਮਾਈਨਸ i ਆਉਂਦਾ ਹੈ। ਠੀਕ ਹੈ। ਮੈਂ ਸਿਰਫ ਰੀਅਲ ਅਤੇ ਇਮੇਜਿਨਰੀ ਭਾਗ ਨੂੰ ਜੋੜ ਰਿਹਾ ਹਾਂ। ਹੁਣ ਦੂਜੇ ਭਾਗ ਵਿੱਚ ਤੁਹਾਨੂੰ ਇਹ ਪਤਾ ਲਗਾਉਣ ਲਈ ਕਿਹਾ ਗਿਆ ਹੈ। ਠੀਕ ਹੈ, ਇਹ ਉਸ ਦੇ ਕੰਪਲੈਕਸ ਕੰਜੂਗੇਟ ਤੋਂ ਇਲਾਵਾ ਹੋਰ ਕੁਝ ਨਹੀਂ ਹੋਵੇਗਾ ਜਿਸ ਦੀ ਤੁਸੀਂ x ਅਤੇ w ਦੀ ਗਣਨਾ ਕੀਤੀ ਹੈ ਤਾਂ ਇਹ ਸਧਾਰਨ ਹੋ ਸਕਦਾ ਹੈ। ਇਸ ਤਰੀਕੇ ਨਾਲ ਲਿਖਿਆ ਗਿਆ ਹੈ। ਇਸ ਲਈ ਇਹ ਜਾਂਚ ਕਰਨਾ ਇੱਕ ਵਧੀਆ ਅਭਿਆਸ ਹੋਵੇਗਾ। ਇਸ ਲਈ ਇਸ ਦੀ ਜਾਂਚ ਕਰੋ ਅਤੇ ਇਹ ਪਤਾ ਲਗਾਓ ਕਿ ਕੀ ਤੁਸੀਂ ਉਹੀ ਪ੍ਰਾਪਤ ਕਰਦੇ ਹੋ। ਹੁਣ ਅਗਲੀ ਪ੍ਰੋਬਲਮ ਵਿੱਚ ਜੋ ਸਾਡੇ ਕੋਲ ਹੈ ਉਹ ਹੈ ਤੁਹਾਨੂੰ 3 ਆਈਗਨ ਕੇਟਸ ਦਿੱਤੇ ਗਏ ਹਨ। ਠੀਕ ਹੈ, ਤੁਹਾਨੂੰ 3 ਆਈਗਨ ਕੇਟਸ ਦਿੱਤੇ ਗਏ ਹਨ। ਉਹ E1 E2 ਅਤੇ E3 ਹਨ। ਠੀਕ ਹੈ, ਤੁਹਾਨੂੰ 3 ਆਈਗਨ ਕੇਟਸ ਇਸ ਤਰ੍ਹਾਂ ਦਿੱਤੇ ਗਏ ਹਨ ਕਿ ਤੁਹਾਨੂੰ ਹਰ ਆਈਗਨ ਕੇਟ ਦੇ ਸੰਬੰਧਾਂ ਨੂੰ ਇੱਕ ਦੂਜੇ ਨਾਲ ਬਿਨਾਂ ਕਿਸੇ ਪਰਵਾਹ ਦੇ ਦਿੱਤਾ ਗਿਆ ਹੈ ਅਤੇ ਗ੍ਰਾਮ ਸ਼ਮਿਡਟ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ ਤੁਹਾਨੂੰ ਇਹਨਾਂ ਆਈਗਨ ਕੇਟ ਦਾ ਇੱਕ ਔਰਥੋਨੋਰਮਲ ਆਧਾਰ ਬਣਾਉਣਾ ਹੋਵੇਗਾ। ਇਸ ਲਈ ਇਹਨਾਂ ਤਿੰਨਾਂ ਕੇਟਸ ਦੇ ਆਰਥੋਨਰਮਲ ਸੈੱਟਾਂ ਦੀ ਗਣਨਾ ਕਰਨ ਲਈ ਜੋ ਕੋਈ ਕਰਦਾ ਹੈ ਉਸ ਨੂੰ ਗ੍ਰਾਮਸ਼ਚਮਿਡਟ ਵਰਤਿਆ ਜਾਂਦਾ ਹੈ ਜੋ ਹਰ ਇੱਕ ਕੰਪੋਨੈਂਟ ਨੂੰ ਆਰਥੋਨਰਮਲ ਵੈਕਟਰਾਂ ਦੇ ਟਰਮਜ਼ ਵਿੱਚ ਪੇਸ਼ ਕਰੇਗਾ। ਇਸ ਲਈ ਹੁਣ ਸਾਡੇ ਨਾਲ ਸ਼ੁਰੂ ਕਰਨ ਲਈ ਪਹਿਲਾਂ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ ਤਾਂ ਇਹ ਪ੍ਰੋਬਲਮ ਨੰਬਰ 2 ਹੈ। U1 ਕੇਟ U2 ਕੇਟ ਅਤੇ ਕੇਟ U3 ਨੂੰ ਔਰਥੋਨੋਰਮਲ ਔਰਥੋਗੋਨਲ ਕੇਟਸ ਹੋਣ ਦਿਓ। ਸਾਨੂੰ ਇਹਨਾਂ ਕੇਟਸ ਦੇ ਟਰਮਜ਼ ਵਿੱਚ 1 2 3 U ਨੂੰ ਇਹਨਾਂ ਕੇਟਸ ਦੇ ਟਰਮਜ਼ ਵਿੱਚ ਪ੍ਰਾਪਤ ਕਰਨਾ ਹੋਵੇਗਾ। E1 2 3 ਅਤੇ ਇਸੇ ਤਰ੍ਹਾਂ U3 ਲਈ ਤਾਂ ਅਸੀਂ ਗ੍ਰਾਮਸ਼ਮਿਟ ਦੁਆਰਾ ਕਰਨਾ ਸ਼ੁਰੂ ਕਰਦੇ ਹਾਂ। ਇਸ ਲਈ ਗ੍ਰਾਮਸ਼ਮਿਟ ਵਿਧੀ ਦੁਆਰਾ ਅਸੀਂ ਕੀ ਕਰਦੇ ਹਾਂ? ਹੁਣ
ਤੁਸੀਂ U1 ਨਾਲ ਦੁਬਾਰਾ ਸ਼ੁਰੂ ਕਰੋ। ਸਿਰਫ ਇੱਕ ਗੱਲ ਹੈ ਕਿ ਤੁਸੀਂ ਇਹਨਾਂ ਵਿੱਚੋਂ ਕਿਸੇ ਨਾਲ ਵੀ ਸ਼ੁਰੂ ਕਰ ਸਕਦੇ ਹੋ। ਮੇਰਾ ਮਤਲਬ ਹੈ U1, U2, U3 ਸਿਰਫ ਆਈਗਨਕੇਟ ਦੇ 3 ਔਰਥੋਗੋਨਲ ਸੈਟਾਂ ਦੀ ਰਿਪਰੈਜ਼ੈਂਟੇਸ਼ਨ ਹੈ ਤਾਂ ਤੁਸੀਂ ਸ਼ੁਰੂ ਕਰ ਸਕਦੇ ਹੋ। ਪਹਿਲਾਂ E1 ਜਾਂ E2 ਜਾਂ E3 ਦੇ ਟਰਮਜ਼ ਵਿੱਚ U1 ਦੀ ਨੁਮਾਇੰਦਗੀ ਕਰਨਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਤੁਹਾਨੂੰ ਵੱਖ-ਵੱਖ ਸੈਟ ਦੇਵੇਗਾ। ਆਈਗਨਕੇਟ ਇਸ ਲਈ ਮੈਂ U1 ਲਿਖ ਕੇ ਸ਼ੁਰੂ ਕਰਦਾ ਹਾਂ। E1 ਦੇ E1 ਨੋਰਮ ਵਜੋਂ। ਇਸ ਲਈ ਅਸੀਂ ਉਸ ਨੋਰਮ ਦੀ ਗਣਨਾ ਕੀਤੀ ਹੈ ਜੋ ਤੁਸੀਂ ਦੇਖਿਆ ਹੈ। ਅਸੀਂ ਪਹਿਲਾਂ ਹੀ ਦੇਖਿਆ ਹੈ ਕਿ ਵੈਕਟਰ ਦਾ ਨੋਰਮ ਕੀ ਹੈ। ਇਸ ਲਈ ਹੁਣ ਮੈਂ ਆਈਗਨਕੈਟ E1 ਦੇ ਟਰਮਜ਼ ਵਿੱਚ U1 ਨਾਲ ਸ਼ੁਰੂਆਤ ਕਰਾਂਗਾ। ਤਾਂ ਇਹ ਹੁਣ ਸਾਡੇ ਕੋਲ ਹੈ। ਅਸੀਂ ਦਿੱਤਾ ਹੈ ਕਿ E1 ਤੇ E1 ਤੋਂ ਇਲਾਵਾ ਕੁਝ ਨਹੀਂ ਹੈ। ਸਾਨੂੰ E1 ਦੇ ਨੋਰਮ ਦੀ ਗਣਨਾ ਕਰਨੀ ਪਵੇਗੀ, ਠੀਕ ਹੈ। ਤਾਂ ਇਹ E1 ਉੱਤੇ E ਦੇ ਸਕੁਏਅਰ ਰੂਟ ਤੋਂ ਇਲਾਵਾ ਹੋਰ ਕੁਝ ਨਹੀਂ ਹੋਵੇਗਾ, ਜੋ ਕਿ ਹੋਰ ਕੁਝ ਨਹੀਂ ਪਰ ਰੂਟ 2 ਹੈ। ਤਾਂ ਇਸ ਲਈ ਸਾਡੇ ਕੋਲ E1 ਬਾਏ ਰੂਟ 2 E1 ਹੋਵੇਗਾ, ਠੀਕ ਹੈ। ਤਾਂ ਅਸੀਂ E1 ਦੇ ਟਰਮਜ਼ ਵਿੱਚ U1 ਪ੍ਰਾਪਤ ਕੀਤਾ ਹੈ। ਇਹ ਤਿੰਨਾਂ ਦੇ ਸਮੂਹ ਦੇ ਤੱਤਾਂ ਵਿੱਚੋਂ ਇੱਕ ਸੈਟ ਹੈ। ਆਈਗਨਕੇਟ ਇਸੇ ਤਰ੍ਹਾਂ U2 ਨੂੰ ਪ੍ਰਾਪਤ ਕਰਨ ਲਈ ਤੁਸੀਂ E1 ਦੇ ਟਰਮਜ਼ ਵਿੱਚ U2 ਲਿਖੋਗੇ। E2 ਮਾਈਨਸ ਤੁਸੀਂ U1 ਦੇ ਟਰਮਜ਼ ਵਿੱਚ E1 ਵਿੱਚ ਪ੍ਰੋਜੈਕਟ ਕਰਦੇ ਹੋ ਤਾਂ ਤੁਹਾਡੇ ਕੋਲ U1 E2 ਹੋਣਗੇ। U1 ਤੁਸੀਂ E2 ਕੰਪੋਨੈਂਟ ਨੂੰ ਪੇਸ਼ ਕਰਨ ਲਈ U1 ਦੇ ਇੱਕ ਪ੍ਰੋਜੈਕਸ਼ਨ ਆਪਰੇਟਰ ਦੀ ਵਰਤੋਂ ਕਰਦੇ ਹੋ ਅਤੇ ਤੁਹਾਨੂੰ ਇਸ ਨੂੰ E2 ਮਾਈਨਸ U1 E2 U1 ਦੇ ਨੋਰਮ ਨਾਲ ਡਿਵਾਈਡ ਕਰਨਾ ਹੋਵੇਗਾ। ਹੁਣ ਇਸ ਦੀ ਗਣਨਾ ਕਰਨਾ ਬਹੁਤ ਆਸਾਨ ਹੈ। ਇੱਕ ਵਾਰ ਜਦੋਂ ਤੁਸੀਂ E1 ਦੇ ਟਰਮਜ਼ ਵਿੱਚ E1 ਨੂੰ ਜਾਣਦੇ ਹੋ ਜਾਂ ਇਸ ਦੀ ਬਜਾਏ ਤੁਸੀਂ ਇੱਥੇ E1 ਦੇ ਟਰਮਜ਼ ਵਿੱਚ U1 ਲਿਖ ਸਕਦੇ ਹੋ ਅਤੇ ਫਿਰ ਤੁਹਾਨੂੰ ਤਿੰਨ ਆਈਗਨਕੇਟ ਵਿਚਕਾਰ ਰਿਲੇਸ਼ਨ ਦਿੱਤਾ ਜਾਂਦਾ ਹੈ। ਜਦੋਂ ਤੁਸੀਂ ਇੱਕ ਦੂਜੇ ਤੇ ਕੰਮ ਕਰਦੇ ਹੋ ਤਾਂ ਤੁਸੀਂ ਇੱਥੇ ਕੀ ਕਰ ਸਕਦੇ ਹੋ? ਪਹਿਲਾਂ ਆਓ ਦੇਖੀਏ ਕਿ ਕੀ ਹੋਵੇਗਾ। U1 on E2 ਤਾਂ U1 ਜਿਵੇਂ ਕਿ ਅਸੀਂ ਹੁਣੇ ਦੇਖਿਆ ਹੈ ਕਿ 1/√2 ਹੈ। E1 E2 ਤੋਂ ਲੈ ਕੇ ਸਾਡੇ ਕੋਲ ਰੀਅਲ ਕੰਪੋਨੈਂਟ ਹੈ। ਅਸੀਂ ਇਸ ਨੂੰ ਸਿੱਧਾ ਲਿਖ ਸਕਦੇ ਹਾਂ। E cat ਦਾ ਕੰਪਲੈਕਸ ਕੰਜੂਗੇਟ ਬਰਾ E ਹੋਵੇਗਾ। ਇਸ ਨਾਰਮਲਾਈਜੇਸ਼ਨ ਫੈਕਟਰ ਦੇ ਨਾਲ ਤੁਹਾਨੂੰ ਇਹ ਦਿੱਤਾ ਗਿਆ ਹੈ ਕਿ ਇਹ E1 on E2 ਹੈ I/√2। ਇਸ ਲਈ ਇਹ ਕੁਝ ਨਹੀਂ ਹੋਵੇਗਾ। ਪਰ ਮੈਂ ਠੀਕ ਹਾਂ। ਇਸ ਲਈ ਦੁਬਾਰਾ AU ਮੈਂ ਇਸ ਨੂੰ U2 ਵਜੋਂ ਲਿਖ ਸਕਦਾ ਹਾਂ। ਮੈਂ ਇਸ ਨੂੰ E2 ਮਾਈਨਸ ਦੇ ਤੌਰ ਤੇ ਲਿਖ ਸਕਦਾ ਹਾਂ। I ਕੋਲ U1 2 ਹੈ। ਇਸ ਲਈ ਮੈਂ ਸਿਰਫ U1 2 ਲਈ ਸਬਸਟੀਟਿਊਟ ਦੇਵਾਂਗਾ। ਮੈਨੂੰ ਅਫਸੋਸ ਹੈ ਕਿ ਇਹ ਕੇਟ ਹੋਣਾ ਹੈ। ਇਸ ਲਈ ਮੈਂ ਇਸ ਨੂੰ ਇਸ ਤਰ੍ਹਾਂ ਪ੍ਰਗਟ ਕਰਾਂਗਾ ਕਿਉਂਕਿ ਮੈਂ ਲਿਖ ਰਿਹਾ ਹਾਂ ਇਹ ਇੱਕ ਪ੍ਰੋਜੈਕਸ਼ਨ ਆਪਰੇਟਰ ਹੈ। ਇਸ ਲਈ U1 E2 ਹੈ। ਅਸੀਂ ਇਸ ਨੂੰ I ਹੋਣ ਦੀ ਗਣਨਾ ਕੀਤੀ ਹੈ। ਤਾਂ ਇਹ I ਵਾਰ U1 ਠੀਕ ਹੋਵੇਗਾ। ਭਾਗ ਮੈਂ ਇਸ ਕੁਆਂਟੀਟੀ ਦੇ ਟਰਮ ਨੋਰਮ ਦੀ ਗਣਨਾ ਕਰਾਂਗਾ ਜਿਸ ਨੂੰ ਮੈਂ ਹੁਣੇ E2 ਮਾਈਨਸ I U1 ਦੇ ਰੂਪ ਵਿੱਚ ਲਿਖਿਆ ਹੈ, ਠੀਕ ਹੈ। ਹੁਣ ਤੁਹਾਡੇ ਇੱਕ ਦਾ ਮੁਲਾਂਕਣ ਕਰਨਾ ਬਹੁਤ ਸੌਖਾ ਹੈ ਜਿਸ ਨੂੰ ਅਸੀਂ ਜਾਣਦੇ ਹਾਂ। ਇਸ ਲਈ ਹੁਣ E2 on E2 ਅਸੀਂ ਜਾਣਦੇ ਹਾਂ ਕਿ E2 ਦੀ ਬਰਾ ਅਤੇ ਕੇਟ 2 ਹੈ ਅਤੇ U1 on U1 ਬਸ 1/2 ਹੈ। ਸਾਡੇ ਕੋਲ ਇੱਥੇ U1 ਦੇ ਟਰਮਜ਼ ਵਿੱਚ ਕੀ ਹੈ ਜਦੋਂ ਅਸੀਂ ਲਿਖਦੇ ਹਾਂ E1 ਕੀ ਹੈ ਜੋ ਕੁਝ ਵੀ ਨਹੀਂ ਹੈ
ਪਰ 1 ਠੀਕ ਹੈ ਤਾਂ ਇਹ ਹੋਵੇਗਾ 2-1 ਕਿਉਂਕਿ ਜਦੋਂ ਮੈਂ ਨੋਰਮ ਲੈਂਦਾ ਹਾਂ ਤਾਂ ਇਹ ਦਾ ਸਕੁਏਅਰ ਰੂਟ ਹੋਵੇਗਾ 1 ਦੇ ਸਕੁਏਅਰ। ਨੋਰਮ ਠੀਕ ਹੈ, ਮੈਨੂੰ ਇੱਥੇ ਲਿਖਣ ਦਿਓ। ਇਹ 2 ਸਕੁਏਅਰ ਤੋਂ ਇਲਾਵਾ ਕੁਝ ਨਹੀਂ ਹੋਵੇਗਾ। -u1 ਸਕੁਏਅਰ ਦਾ ਨੋਰਮ ਨੂੰ ਮੈਂ ਕਿਵੇਂ ਲਿਖਾਂਗਾ? ਅਤੇ u1 ਸਕੁਏਅਰ ਅਤੇ ਨਿਊਮਰੇਟਰ ਵਿੱਚ ਮੇਰੇ ਕੋਲ ਹੈ e2 u1 ਹੋਵੇਗਾ i/√2 1। ਇਸ ਲਈ ਤੁਹਾਡੇ ਲਈ ਅੰਤਮ ਜਵਾਬ ਮੈਂ ਇਸ ਨੂੰ ਸਿੰਪਲੀਫਾਈ ਕਰ ਸਕਦਾ ਹਾਂ e ਦੀ -i/√2 u1 ਕਿਉਂਕਿ ਇਹ 2-1 ਹੈ ਤੁਹਾਡੇ ਕੋਲ 1 ਹੈ, ਇਸ ਲਈ ਇਹ ਉਹ ਹੈ ਜੋ ਮੈਂ ਆਈਗਨ ਕੇਟ u2 ਕੇਟ 2 ਲਈ ਪ੍ਰਾਪਤ ਕਰਦਾ ਹਾਂ ਅਤੇ ਕੇਟ 1 ਸੀ। ਇਹ u3 ਕੁਝ ਨਹੀਂ ਪਰ e3 ਹੈ ਅਤੇ u1 ਦਾ ਪ੍ਰੋਜੈਕਸ਼ਨ e3 ਤੇ ਅਤੇ ਦੁਬਾਰਾ ਗਲਤ ਠੀਕ ਮਾਈਨਸ ਲਿਖਿਆ ਤੁਹਾਡੇ ਕੋਲ e3 u2 ਤੇ u2 ਦਾ ਪ੍ਰੋਜੈਕਸ਼ਨ ਹੈ ਅਤੇ ਇਸ ਸਾਰੀ ਚੀਜ਼ ਦਾ ਨੋਰਮ ਹੈ e3 u1 e3 u1 u2 e3 ਪ੍ਰੋਜੈਕਸ਼ਨ u2 ਠੀਕ ਹੈ। ਹੁਣ ਦੁਬਾਰਾ ਸਾਨੂੰ ਇੱਥੇ ਕੀ ਕਰਨਾ ਹੈ? ਪਹਿਲਾਂ ਇਹ ਹਿਸਾਬ ਲਗਾਵਾਂਗੇ ਕਿ u1 e3 ਕੀ ਹੈ ਠੀਕ ਹੈ ਅਤੇ u2 e3 ਤਾਂ ਬਸ ਯਾਦ ਕਰੋ ਸਾਡੇ ਕੋਲ u2 ਹਨ। ਇਸ ਲਈ ਪਹਿਲਾਂ ਅਸੀਂ ਤੁਹਾਡੇ ਲਈ ਇੱਕ ਕਰਾਂਗੇ। ਇਸ ਲਈ u1 e3 ਕੁਝ ਨਹੀਂ ਪਰ u1 ਹੈ u1 ਹੈ 1/√2 1 e3 ਅਤੇ ਸਾਡੇ ਕੋਲ e1 e3 1 i ਦੇ ਰੂਪ ਵਿੱਚ ਹੈ। ਇਹ 1/2 ਹੈ ਠੀਕ ਹੈ ਅਤੇ ਹੁਣ ਅਸੀਂ ਇੱਥੇ ਕੀ ਕਰਦੇ ਹਾਂ? ਅਸੀਂ u1 e3 u2 e3 ਦਾ ਸਬਸਟੀਟਿਊਟ ਕੁਝ ਨਹੀਂ ਪਰ ਮੇਰਾ u2 ਕੀ ਸੀ? u2 ਸੀ। ਇਹ ਮੇਰਾ u ਹੈ 2 ਵਾਰੀ 3 ਇਸ ਲਈ ਇਹ 2 ਤੇ e3 ਸਾਡੇ ਕੋਲ ਇਹ 2 ਦੇ ਰੂਪ ਵਿੱਚ ਹੈ ਤਾਂ 2 -i/√2 ਅਤੇ e1 ਓਨੀ 3 ਹੈ 1 i ਠੀਕ ਹੈ ਤਾਂ ਇਹ ਕੁਝ ਵੀ ਨਹੀਂ ਹੈ ਪਰ ਮੈਂ ਇਸ ਨੂੰ ਇਸ ਤਰ੍ਹਾਂ ਲਿਖ ਸਕਦਾ ਹਾਂ ਕਿਉਂਕਿ ਇਹ -i ਹੋਵੇਗਾ ਇਸ ਲਈ ਇਹ +i ਹੋਵੇਗਾ ਇਸ ਲਈ 2 + 1/√2 -i/√2 ਤਾਂ ਇਹ u2 e3 ਲਈ ਮੇਰਾ ਐਕਸਪ੍ਰੈਸ਼ਨ ਹੈ ਠੀਕ ਹੈ। ਇਸ ਲਈ ਮੈਂ ਇਸ ਐਕਸਪ੍ਰੈਸ਼ਨ ਵਿੱਚ ਸਬਸਟੀਟਿਊਟ ਕਰਾਂਗਾ। ਇਸ ਲਈ ਸਾਨੂੰ ਇਸ ਨੂੰ ਲਿਖਣ ਲਈ ਇਸ ਲਈ ਇਸ ਨੂੰ ਹੋ ਜਾਵੇਗਾ ਮੈਨੂੰ ਹੁਣ ਅਤੇ ਦੁਬਾਰਾ u2 ਤੇ e3 ਅਸੀਂ ਗਣਨਾ ਕੀਤੀ ਹੈ ਅਤੇ ਤੁਸੀਂ e3 ਤੇ 2 ਅਤੇ ਮੈਂ ਇਸ ਨੂੰ ਦੁਬਾਰਾ ਉਜਾਗਰ ਕਰਦਾ ਹਾਂ u2 ਤੇ e3 ਅਤੇ u2 ਮੈਨੂੰ ਸਪਸ਼ਟ ਤੌਰ ਤੇ ਇਹ ਇੱਥੇ ਲਿਖਣ ਦਿਓ ਕਿਉਂਕਿ ਇਹ ਐਕਸਪ੍ਰੈਸ਼ਨ 2 + 1/√2 -i/√2 ਹੋਵੇਗਾ। ਇਹ ਅਸੀਂ u2 ਤੇ ਐਕਸਪ੍ਰੈਸ਼ਨ ਲਿਖਾਂਗੇ u2 ਹੋਰ ਕੁਝ ਨਹੀਂ ਪਰ e2 -i/√2 1 ਸੀ ਠੀਕ ਹੈ ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਰੱਖ ਸਕਦੇ ਹਾਂ ਜਿਵੇਂ ਇਹ ਇੱਥੇ ਹੈ ਜਾਂ ਅਸੀਂ ਇਸ ਨੂੰ ਅੰਤ ਵਿੱਚ ਬਦਲ ਸਕਦੇ ਹਾਂ ਠੀਕ ਹੈ। ਜ਼ਿਆਦਾਤਰ ਅੰਤ ਵਿੱਚ ਸਬਸਟੀਟਿਊਟ ਚੰਗਾ ਹੋਵੇਗਾ ਕਿਉਂਕਿ ਇਹ ਇੱਕ ਲੰਮੀ ਐਕਸਪ੍ਰੈਸ਼ਨ ਹੈ। ਇਸ ਲਈ ਹੁਣ ਮੈਨੂੰ ਇੱਥੇ ਵਾਪਸ ਆਉਣ ਦਿਓ। ਤਾਂ ਇੱਥੇ ਅਸੀਂ ਜੋ ਕੀਤਾ ਉਹ e3 ਸੀ ਅਤੇ u1 ਉੱਤੇ ਇਸ ਨੇ ਸਾਨੂੰ 1/√2 1 + i ਦਿੱਤਾ ਠੀਕ ਹੈ ਅਤੇ u1 ਤੇ
U2 E3 ਇਹ ਐਕਸਪ੍ਰੈਸ਼ਨ ਹੈ। ਮੇਰੇ ਕੋਲ 2 + 1 ਬਾਏ ਰੂਟ 2 ਮਾਈਨਸ I ਬਾਏ ਰੂਟ 2 ਗੁਣਾ U2 ਹੈ। ਠੀਕ ਹੈ। ਤਾਂ ਇਹ ਅੰਕੜਾ ਹੈ। ਇਸ ਮਾਤਰਾ ਦਾ ਨੋਰਮ ਹੋਵੇਗਾ। ਠੀਕ ਹੈ। ਅਤੇ ਹੁਣ ਹੋਰ ਸਰਲੀਕਰਨ ਤੇ ਜਦੋਂ ਤੁਸੀਂ ਇਸ ਨੂੰ ਹੋਰ ਸਰਲ ਬਣਾਉਂਦੇ ਹੋ ਅਤੇ ਇਹ ਪਤਾ ਲਗਾਓ ਕਿ ਤੁਸੀਂ ਕੀ ਪ੍ਰਾਪਤ ਕਰਦੇ ਹੋ। ਇਹ ਨੋਰਮ ਇਸ ਲਈ ਬਾਹਰ ਆਉਂਦਾ ਹੈ ਕਿ ਇਹ ਮੈਨੂੰ ਲਿਖਣ ਦਿਓ ਕਿ ਇਸ ਨੂੰ ਸਪਸ਼ਟ ਤੌਰ ਤੇ ਹੱਲ ਕਰਨਾ ਪਏਗਾ। ਇਹ 2 ਰੂਟ 2 - 2 ਬਣ ਜਾਵੇਗਾ ਤਾਂ ਇਹ ਹੈ। ਇਹ ਨੋਰਮ ਠੀਕ ਹੈ। ਤੁਹਾਨੂੰ E3 ਤੇ E3 ਦੀ ਗਣਨਾ ਕਰਨੀ ਪਵੇਗੀ ਜੋ ਕਿ 4 ਸਹੀ ਨਹੀਂ ਹੈ। ਇਹ ਮੈਨੂੰ -2 ਜਾਂ 2 1 ਠੀਕ ਦੇਵੇਗਾ। ਇਹ ਮੈਨੂੰ 1 ਠੀਕ ਦੇਵੇਗਾ। ਕਿਉਂਕਿ ਮੈਂ ਇਸ ਤੇ U1 ਦੀ ਗਣਨਾ ਕੀਤੀ ਹੈ। ਇਹ ਰੂਟ 2 ਤੇ 1 + I ਹੈ। ਇਸ ਦਾ ਸਕੁਏਅਰ ਕਰੋ ਅਤੇ ਤੁਸੀਂ ਦੁਬਾਰਾ ਕੰਮ ਕਰਦੇ ਹੋ ਤਾਂ ਜੋ ਤੁਸੀਂ ਪ੍ਰਾਪਤ ਕਰਦੇ ਹੋ ਅਸੀਂ ਸਿਰਫ 1 ਦਾ ਇੱਕ ਫੈਕਟਰ ਹੈ ਅਤੇ ਇੱਕ ਮਾਈਨਸ ਦਾ ਚਿੰਨ੍ਹ ਹੈ। ਇਸ ਲਈ ਤੁਹਾਡੇ ਕੋਲ ਇਸ ਸ਼ਬਦ ਦੇ ਸਕੁਏਅਰ ਤੋਂ 1 ਦਾ ਫੈਕਟਰ ਹੋਵੇਗਾ ਜਿਸ ਦਾ ਨਤੀਜਾ 1 ਘਟਾਓ 5 - 2 ਰੂਟ 2 ਹੋਵੇਗਾ। ਠੀਕ ਹੈ। ਫਿਰ ਤੁਸੀਂ ਹੋਰ ਸਰਲ ਬਣਾਓਗੇ ਅਤੇ ਡਿਨੋਮੀਨੇਟਰ ਨੂੰ ਪ੍ਰਾਪਤ ਕਰੋਗੇ ਤਾਂ ਕਿ ਅੰਤਮ ਐਕਸਪ੍ਰੈਸ਼ਨ U3 ਲਈ ਸਾਡੇ ਕੋਲ ਹੋਵੇਗਾ E3 - 1 ਬਾਏ ਰੂਟ 2 1 + I। ਠੀਕ ਹੈ। ਮੈਂ ਇਸ ਪੁਆਇੰਟ ਤੇ U1 ਨੂੰ ਸਬਸਟੀਟਿਊਟ ਸਕਦਾ ਹਾਂ ਅਤੇ ਮੇਰਾ U1 ਕੀ ਸੀ? ਇਹ ਮੇਰਾ U2 ਹੈ। ਇਹ ਮੇਰਾ U1 ਸੀ 1 ਬਾਏ ਰੂਟ 2 1। ਇਸ ਲਈ ਮੇਰੇ ਕੋਲ ਹੈ 1 ਬਾਏ ਰੂਟ 2 1 ਮਾਈਨਸ ਮੇਰੇ ਕੋਲ ਇਹ ਫੈਕਟਰ ਹੈ 2 ਬਾਏ 2 + 1 ਬਾਏ ਰੂਟ 2 ਮਾਈਨਸ I ਬਾਏ ਰੂਟ 2 ਟਾਈਮਸ ਇਹ ਫੈਕਟਰ U2। ਕੀ ਇਹ ਵੱਡਾ ਐਕਸਪ੍ਰੈਸ਼ਨ ਹੈ ਜੋ ਮੈਂ ਤੁਹਾਨੂੰ 1 ਮਿੰਟ ਪਹਿਲਾਂ ਦਿਖਾਇਆ ਸੀ? ਇਹ ਐਕਸਪ੍ਰੈਸ਼ਨ ਠੀਕ ਹੈ ਜੋ ਰੂਟ 2 ਉੱਤੇ E2 - I 1 ਹੈ। ਇਸ ਸਾਰੀ ਚੀਜ਼ ਨੂੰ ਇਸ ਨਾਰਮਲਾਈਜੇਸ਼ਨ ਫੈਕਟਰ ਨਾਲ ਗੁਣਾ ਕੀਤਾ ਜਾਂਦਾ ਹੈ ਜੋ ਕਿ 1 ਬਾਏ 2 ਰੂਟ 2 - 2 ਹੈ। ਇਸ ਲਈ ਮੈਂ ਇਸ ਐਕਸਪ੍ਰੈਸ਼ਨ ਨੂੰ ਪੂਰੀ ਤਰ੍ਹਾਂ ਦੁਬਾਰਾ ਲਿਖਦਾ ਹਾਂ। U3 ਹੈ U3 1 ਬਾਏ 2 ਰੂਟ 2 - 2 ਟਾਈਮਸ ਤੁਹਾਡੇ ਕੋਲ ਹੋਵੇਗਾ ਫੈਕਟਰ 1 ਬਟਾ E3 - 1 + I 1 + I ਰੂਟ 2 ਇਨਟੂ ਰੂਟ 2। ਇਸ ਲਈ ਅਸੀਂ ਇੱਥੇ ਇਸ ਪਿਛਲੇ ਪਗ ਦਾ ਸਰਲੀਕਰਨ ਕਰ ਰਹੇ ਹਾਂ। ਮੈਨੂੰ 2 ਪ੍ਰਾਪਤ ਹੋਣਗੇ ਤਾਂ ਮੇਰੇ ਕੋਲ 2 ਠੀਕ ਹਨ। ਇਸ ਲਈ ਇਹ ਪਹਿਲੇ 2 ਟਰਮਜ਼ ਹਨ ਅਤੇ ਦੂਜੀ ਮਿਆਦ ਅਸੀਂ ਇਸ ਨੂੰ ਰੱਖ ਸਕਦੇ ਹਾਂ ਕਿਉਂਕਿ ਇਸ ਨੂੰ ਹੋਰ ਸਰਲ ਬਣਾਉਣ ਦੀ ਕੋਈ ਲੋੜ ਨਹੀਂ ਹੈ। ਇਸ ਲਈ ਆਖਰੀ ਟਰਮ ਹੋਵੇਗੀ ਮੈਂ ਇੱਥੇ ਲਿਖਾਂਗਾ -2 + 1 ਬਾਏ ਰੂਟ 2 - I ਬਾਏ ਰੂਟ 2। ਅਸੀਂ ਇਸ ਨੂੰ ਦੇਖ ਸਕਦੇ ਹਾਂ ਠੀਕ ਹੈ। ਟਾਈਮਸ E2 - I ਬਾਏ ਰੂਟ 2 1। ਇਸ ਲਈ ਇਹ ਆਈਗਨਕੇਟ ਦੇ ਟਰਮਜ਼ ਵਿੱਚ ਦਰਸਾਏ ਗਏ 3 ਔਰਥੋਨੋਰਮਲ ਸੈੱਟ ਹਨ E1 E2 ਅਤੇ E3। ਇਸ ਲਈ ਮੈਨੂੰ ਸਭ ਕੁਝ ਇਕੱਠੇ ਰੱਖਣ ਦਿਓ ਤਾਂ ਇਹ ਮੇਰਾ E1 ਹੈ, ਇਹ E2 ਹੈ ਅਤੇ ਇਹ E3 ਹੈ। ਠੀਕ ਹੈ। ਇਸ ਲਈ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ E1 ਦੇ ਰੂਪ ਵਿੱਚ U1 ਪ੍ਰਾਪਤ ਕਰਦੇ ਹੋ ਅਤੇ E2 ਦੇ ਟਰਮਜ਼ ਵਿੱਚ 2 ਅਤੇ ਇਸ ਦੇ ਟਰਮਜ਼ ਵਿੱਚ E1 ਅਤੇ U3 ਤਾਂ ਤੁਸੀਂ ਜਾਂਚ ਕਰ ਸਕੋ ਕਿ ਇਹ ਇਹਨਾਂ 3 ਆਈਗਨ ਕੇਟਸ ਵਿੱਚੋਂ 3 ਆਈਗਨ ਦੇ ਔਰਥੋਨੋਰਮਲ ਸੈੱਟ ਹਨ। ਇਸੇ ਤਰ੍ਹਾਂ ਦੀਆਂ ਪ੍ਰੋਬਲਮਾਂ ਇਸ ਟਿਊਟੋਰੀਅਲ ਦੇ ਅਗਲੇ ਹਿੱਸੇ ਵਿੱਚ ਇੱਕ ਸਮਾਨ ਅਭਿਆਸ ਕਰੇਗੀ। ਇਸ ਲਈ ਇਹ ਚੰਗਾ ਹੋਵੇਗਾ ਜੇਕਰ ਤੁਸੀਂ ਇਹਨਾਂ ਪ੍ਰੋਬਲਮਾਂ ਨੂੰ ਆਪਣੇ ਆਪ ਕਰੋ ਤਾਂ ਤੁਸੀਂ ਇਹਨਾਂ ਪ੍ਰੋਬਲਮਾਂ ਦਾ ਆਈਡੀਆ ਹੋ ਜਾਵੇਗਾ। ਉਹ ਬਹੁਤ ਸਧਾਰਨ ਹਨ। ਉਹਨਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਤੁਸੀਂ ਬਿਨਾਂ ਕਿਸੇ ਕਦਮ ਨੂੰ ਛੱਡੇ ਉਹਨਾਂ ਨੂੰ ਸਹੀ ਕਦਮਾਂ ਵਿੱਚ ਕਰਨ ਦੀ ਕੋਸ਼ਿਸ਼ ਕਰੋ।
ਸ਼ੁਰੂ ਵਿੱਚ ਬਾਅਦ ਵਿੱਚ ਜਦੋਂ ਤੁਸੀਂ ਇਹਨਾਂ ਪ੍ਰੋਬਲਮਾਂ ਤੇ ਹੱਥ ਰੱਖਦੇ ਹੋ, ਤੁਸੀਂ ਸਿਰਫ ਉਹ ਕਦਮ ਛੱਡ ਸਕਦੇ ਹੋ। ਤੁਸੀਂ ਮਾਨਸਿਕ ਤੌਰ ਤੇ ਕੰਮ ਕਰ ਸਕਦੇ ਹੋ। ਅਗਲੀ ਕਲਾਸ ਵਿੱਚ ਬਾਕੀ ਟਿਊਟੋਰੀਅਲ ਦੇਖੋਗੇ।